ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਭੈਣਾਂ ਦਾ, ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਵੀਰ ਭੈਣਾਂ ਕੁਝ ਦਿਨ ਤੋਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਇਹਨਾਂ ਸ਼ਲੋਕਾਂ ਰਾਹੀਂ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ ਕਿ ਅਸੀਂ ਕਿਵੇਂ ਜ਼ਿੰਦਗੀ ਜੀਵੀਏ ਜਿਸ ਕਰਕੇ ਸਾਡੇ ਜੀਵਨ ਦੇ ਅੰਦਰ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਆਉਣ ਔਰ ਅਸੀਂ ਆਤਮਿਕ ਜੀਵਨ ਜੀ ਸਕੀਏ ਔਰ ਜੀਵਨ ਮੁਕਤੀ ਦਾ ਆਨੰਦ ਮਾਣ ਸਕੀਏ, ਇਹ ਸਮਾਜ ਔਰ ਸੰਸਾਰ ਨੂੰ ਸੋਹਣਾ ਬਣਾ ਸਕੀਏ। ਤਾਂ ਅੱਜ ਬਾਬਾ ਫਰੀਦ ਜੀ ਦੇ 26 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1379 ਤੇ ਅੰਕਿਤ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣਈ, ਸਿਰ ਪੀ ਮਿੱਟੀ ਖਾਏ। ਮੈਂ ਭੁਲਾਵਾ, ਮੈਂ ਦਾ ਮਤਲਬ ਮੈਨੂੰ, ਭੁਲਾਵਾ ਦਾ ਮਤਲਬ ਭੁਲੇਖਾ, ਪੱਗ ਦਾ ਮਤਲਬ ਜੋ ਸਾਡੀ ਸਿਰ ਤੇ ਸਜਾਉਣ ਵਾਲੀ ਦਸਤਾਰ ਹੈ, ਮਤ ਦਾ ਮਤਲਬ ਮਤਾਂ, ਕਿਤੇ ਮੈਲੀ ਹੋ ਜਾਏ ਦਾ ਮਤਲਬ ਮੈਲੀ ਨਾ ਹੋ ਜਾਏ। ਬਾਬਾ ਫਰੀਦ ਜੀ ਕਹਿੰਦੇ ਨੇ ਮੈਨੂੰ ਆਪਣੀ ਪੱਗ ਦਾ ਫਿਕਰ ਰਹਿੰਦਾ ਹੈ ਕਿ ਕਿਤੇ ਮਿੱਟੀ ਦੇ ਨਾਲ ਮੈਲੀ ਨਾ ਹੋ ਜਾਏ। ਮੈਨੂੰ ਪੱਗ ਦਾ ਭੁਲੇਖਾ ਹੈ ਕਿ ਮਿੱਟੀ ਨਾਲ ਮੈਲੀ ਨਾ ਹੋ ਜਾਏ। ਤਾਂ ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਉਪਦੇਸ਼ ਕਰਨ ਦੇ 3 ਤਰੀਕੇ ਨੇ, ਉੱਤਮ ਪੁਰਖ, ਮੱਧਮ ਪੁਰਖ ਔਰ ਅਨਪੁਰਖ। ਫਸਟ ਪਰਸਨ, ਸੈਕੰਡ ਪਰਸਨ ਔਰ ਥਰਡ ਪਰਸਨ। ਫਸਟ ਪਰਸਨ ਦਾ ਮਤਲਬ ਆਪਣਾ ਨਾਮ ਲੈ ਕੇ ਗੱਲ ਕਰਨ ਤੇ ਗੱਲ ਸਾਰੇ ਸੰਸਾਰ ਦੀ ਸਾਂਝੀ ਹੋਣੀ। ਸੈਕੰਡ ਪਰਸਨ ਦਾ ਮਤਲਬ ਜੋ ਸਾਹਮਣੇ ਬੰਦਾ ਹੈ ਉਸ ਦਾ ਨਾਮ ਲੈਣਾ, ਉਸ ਦਾ ਪ੍ਰਮਾਣ ਦੇਣਾ ਤੇ ਗੱਲ ਸਾਰੇ ਸੰਸਾਰ ਲਈ ਸਾਂਝੀ ਹੋਣੀ। ਤੇ ਥਰਡ ਪਰਸਨ ਦਾ ਮਤਲਬ ਹੈ ਜਿਹੜਾ ਹਾਜ਼ਰ ਨਹੀਂ, ਨਾਮ ਉਹਦਾ ਲੈਣਾ ਤੇ ਗੱਲ ਸਾਰੇ ਸੰਸਾਰ ਦੀ ਸਾਂਝੀ ਕਰਨੀ। ਤਾਂ ਇਹ ਸਰਬ ਸਾਂਝਾ ਇੱਕ ਵਿਚਾਰ ਹੈ ਕਿ ਆਮ ਜੋ ਬੰਦਾ ਹੈ ਉਹਨੂੰ ਇਹ ਹੁੰਦਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜਾਏ। ਹੁਣ ਇੱਥੇ 2-3 ਪੱਖਾਂ ਤੋਂ ਇਹਨੂੰ ਵਿਚਾਰਨ ਦੀ ਜ਼ਰੂਰਤ ਹੈ। ਕਈ ਵਾਰ ਬੰਦਾ ਮੱਥਾ ਟੇਕਣ ਲੱਗਿਆ ਵੀ ਸੰਕੋਚ ਕਰਦਾ ਹੈ ਕਿ ਮੈਂ ਥੱਲੇ ਆਪਣੀ ਪੱਗ ਨਾ ਲਾਵਾਂ, ਮਤਾ ਮਿੱਟੀ ਆਦਿਕ ਨਾ ਲੱਗ ਜਾਏ। ਨਿਮਰਤਾ ਵਿੱਚ ਬੰਦਾ ਨਹੀਂ ਆਉਂਦਾ। ਦੂਜੀ ਗੱਲ, ਇੱਥੇ ਜੋ ਖਾਸ ਗੱਲ ਹੋ ਰਹੀ ਹੈ ਕਿ ਬੰਦਾ ਆਪਣੀ ਇੱਜ਼ਤ ਵੱਲ ਖਿਆਲ ਰੱਖਦਾ ਹੈ ਕਿ ਮੇਰੀ ਬੇਇੱਜ਼ਤੀ ਨਾ ਹੋ ਜਾਏ, ਯਾਨੀ ਲੋਕਾਚਾਰੀ ਨਹੀਂ ਬਣਦਾ ਕਿ ਲੋਕ ਕੀ ਕਹਿਣਗੇ। ਇਸ ਲਈ ਉਹ ਕਈ ਵਾਰ ਸੱਚ ਦੇ ਰਾਸਤੇ ਨੂੰ ਛੱਡ ਕੇ ਕਰਮ ਕਾਂਡ ਔਰ ਵਿਖਾਵੇ ਦੇ ਚੱਕਰ ਵਿੱਚ ਪੈ ਜਾਂਦਾ ਕਿ ਕਿਤੇ ਪੱਗ ਨਾ ਮੈਲੀ ਹੋ ਜਾਏ। ਜਿਵੇਂ ਮੈਂ ਨਿੱਕੀ ਜਿਹੀ ਮਿਸਾਲ ਦਿਆਂ, ਕਈ ਵਾਰ ਸਾਡੇ ਕੋਲ ਜਾਂ ਆਮ ਬੰਦੇ ਦੇ ਕੋਲ ਗੁੰਜਾਇਸ਼ ਨਹੀਂ ਹੁੰਦੀ, ਪਰ ਉਹ ਲੋਕਾਚਾਰੀ ਕਰਕੇ ਵਿਆਹਾਂ ਵਾਸਤੇ ਵੱਡੇ ਵੱਡੇ ਹਾਲ ਬੁੱਕ ਕਰ ਲੈਂਦੇ ਨੇ, ਵੱਡਾ ਵੱਡਾ ਖਰਚ ਕਰ ਲੈਂਦੇ ਨੇ ਕਿ ਜੇ ਐਵੇਂ ਨਾ ਕੀਤਾ ਤੇ ਲੋਕ ਕੀ ਕਹਿਣਗੇ। ਆਖਿਰ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਕਿ ਬੰਦਾ ਕਰਜ਼ਾਈ ਹੋ ਜਾਂਦਾ ਹੈ ਜਾਂ ਹੋਰ ਕੁਝ ਐਸਾ ਹੋ ਜਾਂਦਾ ਹੈ। ਯਾਨੀ ਲੋਕ ਵਿਖਾਵੇ ਕਰਕੇ ਬੰਦੇ ਸੱਚ ਦਾ ਰਾਸਤਾ ਛੱਡ ਜਾਂਦੇ ਨੇ ਕਿ ਮਤਾ ਸਾਡੀ ਸਮਾਜ ਵਿੱਚ ਇੱਜ਼ਤ ਕਦਰ ਨਾ ਰਹੇ, ਸੱਚ ਨੂੰ ਛੱਡ ਜਾਂਦੇ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਮੈਨੂੰ ਭੁਲੇਖਾ ਸੀ ਕਿ ਪੱਗ ਨਾ ਮੈਲੀ ਹੋ ਜਾਏ। ਤੇ ਅਗਲਾ ਬਚਨ ਕਰਦੇ ਨੇ, ਗਹਿਲਾ ਰੂਹ ਨਾ ਜਾਣਈ, ਸਿਰ ਪੀ ਮਿੱਟੀ ਖਾਏ। ਇਹ ਜੋ ਮਿੱਟੀ ਲਿਖਿਆ ਹੈ ਇਹਨੂੰ ਮਿੱਟੀ ਪੜਨਾ ਹੈ। ਗਹਿਲਾ ਦਾ ਮਤਲਬ ਗਾਫਲ, ਬੇਪਰਵਾਹ। ਰੂਹ ਦਾ ਮਤਲਬ ਮੇਰੀ ਜਿੰਦ, ਮੇਰਾ ਮਨ, ਮੇਰਾ ਆਪਣਾ ਆਪਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਇੱਕ ਦਿਨ ਮਿੱਟੀ ਨੇ ਤੇ ਸਿਰ ਨੂੰ ਵੀ ਖਾ ਜਾਣਾ। ਜਿਸ ਸਿਰ ਦੇ ਉੱਤੇ ਪੱਗ ਬੰਨਣੀ ਹੈ, ਮੈਨੂੰ ਤਾਂ ਇਹ ਚੀਜ਼ ਦਾ ਡਰ ਹੈ ਕਿ ਪੱਗ ਨਾ ਮੈਲੀ ਹੋਏ, ਪਰ ਮੇਰੀ ਜਿੰਦ ਨੂੰ ਇਹ ਨਹੀਂ ਪਤਾ ਇੱਕ ਦਿਨ ਜਿਸ ਸਿਰ ਦੇ ਉੱਤੇ ਪੱਗ ਬੰਨਣੀ ਹੈ ਉਸ ਪੱਗ ਨੂੰ ਵੀ ਮਿੱਟੀ ਨੇ ਖਾ ਜਾਣਾ। ਭਾਵ ਕਿ ਇਹ ਸਾਡੇ ਸਰੀਰ ਦਾ ਜਿਹੜਾ ਹੈ ਉਹ ਅੰਤ ਹੋ ਜਾਣਾ ਹੈ। ਤਾਂ ਇਥੋਂ ਸਾਨੂੰ ਜੋ ਜੀਵਨ ਵਾਸਤੇ ਜੁਗਤ ਦਿੱਤੀ ਜਾ ਰਹੀ ਹੈ ਉਹ ਇਹ ਹੈ ਕਿ ਲੋਕ ਵਿਖਾਵੇ ਦੇ ਚੱਕਰ ਤੋਂ ਬਾਹਰ ਰਹਿਣਾ ਹੈ, ਹਉਮੈ ਹੰਕਾਰ ਤੋਂ ਬਚਣਾ ਹੈ, ਨਿਮਰਤਾ ਔਰ ਪਿਆਰ ਦੇ ਨਾਲ ਜੀਵਨ ਗੁਜ਼ਾਰਨਾ ਹੈ,
क्योंकि इस जिंदगी ने एक दिन खत्म हो जाना है, शरीर करके हर बंदे ने खत्म हो जाना है। ਤਾਂ ਜਦੋਂ ਇੱਕ ਦਿਨ ਸਰੀਰ ਕਰਕੇ ਮਰ ਹੀ ਜਾਣਾ ਹੈ, ਫਿਰ ਹੰਕਾਰ ਕਾਹਦਾ, ਫਿਰ ਇੱਕ ਦੂਜੇ ਦੇ ਨਾਲ ਈਰਖਾ ਦਵੇਸ਼ ਨਫ਼ਰਤ ਕਿਉਂ, ਫਿਰ ਲੋਕਾਚਾਰੀ ਵਾਸਤੇ ਸੱਚ ਦਾ ਤਿਆਗ ਕਿਉਂ ਕਰਨਾ। ਤਾਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸੱਚ ਦਾ ਤਿਆਗ ਨਹੀਂ ਕਰਨਾ, ਨਿਮਰਤਾ ਦੇ ਨਾਲ ਰਹਿਣਾ ਹੈ, ਕਿਉਂਕਿ ਇਸ ਜੀਵਨ ਨੇ ਖਤਮ ਹੋ ਜਾਣਾ ਹੈ। ਤਾਂ ਜਦੋਂ ਤੱਕ ਇਹ ਜ਼ਿੰਦਗੀ ਹੈ ਉਦੋਂ ਤੱਕ ਅਸੀਂ ਆਤਮਕ ਮੌਤੇ ਨਾ ਮਰੀਏ, ਲੋਕਾਚਾਰੀ ਨੂੰ ਵੇਖ ਕੇ ਸੱਚ ਦਾ ਤਿਆਗ ਨਾ ਕੀਤਾ ਜਾਏ। ਅਗਲਾ ਬਚਨ ਕਰਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਤੁਧ। ਨਿਵਾਤ ਦਾ ਮਤਲਬ ਮਿਸ਼ਰੀ, ਸ਼ੱਕਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਸ਼ੱਕਰ, ਖੰਡ ਦਾ ਪਤਾ ਹੈ ਖੰਡ, ਗੁੜ ਦਾ ਮਤਲਬ ਗੁੜ। ਇੱਥੇ ਨਿਵਾਤ ਦਾ ਮਤਲਬ ਹੈ ਮਿਸ਼ਰੀ। ਮਾਖਿਓ, ਹੁਣ ਜਦੋਂ ਤੁਸੀਂ ਗੌਰ ਦੇ ਨਾਲ ਦੇਖੋਗੇ ਤੇ ਮਾਖਿਓ ਊੜੇ ਦਾ ਜਿਹੜਾ ਮੂੰਹ ਹੈ ਉਹ ਖੁੱਲਾ ਵੀ ਹੈ, ਮਤਲਬ ਹੋੜੇ ਦੀ ਆਵਾਜ਼ ਵੀ ਆਏਗੀ ਉੱਥੇ, ਤੇ ਨਾਲ ਥੱਲੇ ਔਂਕੜ ਵੀ ਲੱਗਾ ਹੋਇਆ ਹੈ। ਵੈਸੇ ਖੁੱਲੇ ਮੂੰਹ ਵਾਲੇ ਊੜੇ ਦੇ ਥੱਲੇ ਔਂਕੜ ਨਹੀਂ ਆਉਂਦਾ। ਤਾਂ ਇਹ ਅਸਲੀ ਜੋ ਸ਼ਬਦ ਹੈ ਨਾ ਉਹ ਹੈ ਹੋੜੇ ਦੇ ਨਾਲ ਖੁੱਲੇ ਮੂੰਹ ਵਾਲਾ ਊੜਾ ਮਾਖਿਓ, ਲੇਕਿਨ ਇੱਥੇ ਔਂਕੜ ਵਾਲਾ ਪੜਨਾ ਹੈ ਕਿਉਂਕਿ ਕਾਵ ਤੋਲ ਨੂੰ ਪੂਰਿਆਂ ਕਰਨ ਵਾਸਤੇ ਗੁਰਦੇਵ ਪਿਤਾ ਜੀ ਨੇ ਇਹ ਮਾਤਰਾ ਲਗਾਈ ਹੈ। ਮਾਂਝਾ ਦਾ ਮਤਲਬ ਮੱਝਾਂ ਦਾ, ਦੁੱਧ ਦਾ ਮਤਲਬ ਦੁੱਧ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੇ ਫਰੀਦ, ਸ਼ੱਕਰ ਖੰਡ ਮਿਸ਼ਰੀ ਗੁੜ ਸ਼ਹਿਦ, ਮਾਂਝਾ ਦੁੱਧ ਦਾ ਮਤਲਬ ਮਾਝਾ ਦੁੱਧ, ਮੱਝਾਂ ਆਦਿਕ ਦਾ ਜਿਹੜਾ ਦੁੱਧ ਹੈ, ਇਹ ਸਾਰੀਆਂ ਚੀਜ਼ਾਂ ਸ਼ੱਕਰ ਵੀ, ਖੰਡ ਵੀ, ਮਿਸ਼ਰੀ ਵੀ, ਗੁੜ ਵੀ, ਸ਼ਹਿਦ ਵੀ, ਮੱਝਾਂ ਆਦਿਕ ਦਾ ਦੁੱਧ ਵੀ, ਸਭੇ ਵਸਤੂ ਮਿੱਠੀਆਂ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਿਠਾਸ ਹੈ, ਕੋਈ ਦੋ ਰਾਏ ਨਹੀਂ। ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਮਿਸ਼ਰੀ ਗੁੜ ਸ਼ਹਿਦ ਇਹ ਸਾਰਾ ਕੁਝ ਮਿੱਠਾ ਹੈ, ਮੱਝਾਂ ਦਾ ਦੁੱਧ ਮਿੱਠਾ ਹੈ, ਸਭੇ ਵਸਤੂ ਮਿੱਠੀਆਂ, ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ। ਪਰ ਰੱਬ ਨਾ ਪੁੱਜਨ ਤੁਧ, ਇਹਨੂੰ ਪੂਜਨ ਨੂੰ ਪੜਨਾ ਹੈ ਪੁੱਜਨ। ਰੱਬ ਨਾ ਪੁੱਜਨ ਤੁਧ, ਕਿ ਹੇ ਰੱਬ ਜੀ, ਇਹ ਸਾਰੀਆਂ ਜੋ ਮਿੱਠੀਆਂ ਵਸਤੂਆਂ ਨੇ ਇਹਨਾਂ ਦੀ ਜੋ ਮਿਠਾਸ ਹੈ ਉਹ ਤੇਰੀ ਬਰਾਬਰੀ ਨਹੀਂ ਕਰਦੀਆਂ, ਉਹ ਤੇਰੀ ਬਰਾਬਰੀ ਨਹੀਂ ਕਰਦੀਆਂ। ਜੋ ਤੇਰੇ ਗੁਣਾਂ ਦੇ ਵਿੱਚ ਮਿਠਾਸ ਹੈ ਨਾ, ਸੱਚਾਈ ਵਿੱਚ, ਦਇਆ ਵਿੱਚ, ਨਿਰਭੈਤਾ ਵਿੱਚ, ਨਿਰਵੈਰਤਾ ਵਿੱਚ, ਉਹ ਇਹਨਾਂ ਚੀਜ਼ਾਂ ਵਿੱਚ ਨਹੀਂ ਹੈ। ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹ ਚੀਜ਼ਾਂ ਵਰਤਣੀਆਂ ਨਹੀਂ, ਮਿੱਠੀਆਂ ਨੇ, ਸਾਡੀ ਵਰਤੋਂ ਵਿੱਚ ਆਉਂਦੀਆਂ ਨੇ, ਲੇਕਿਨ ਇਹ ਸਾਰੀਆਂ ਚੀਜ਼ਾਂ ਵਰਤਨ ਦੇ ਨਾਲ, ਹੁਣ ਜੇ ਕੋਈ ਬੰਦਾ ਖੰਡ ਵੀ ਖਾਏ, ਮਿਸ਼ਰੀ ਵੀ ਖਾਏ, ਗੁੜ ਵੀ ਖਾਏ, ਸ਼ਹਿਦ ਵੀ ਖਾਏ, ਮੱਝਾਂ ਦਾ ਦੁੱਧ ਵੀ ਪੀਵੇ, ਸਾਰੀਆਂ ਚੀਜ਼ਾਂ ਰਲਾ ਕੇ ਵੀ ਖਾ ਲਵੇ, ਤਾਂ ਇਹ ਸਾਰੀਆਂ ਮਿੱਠੀਆਂ ਚੀਜ਼ਾਂ ਖਾਣ ਨਾਲ ਜ਼ਰੂਰੀ ਨਹੀਂ ਕਿ ਉਹਦੀ ਜ਼ੁਬਾਨ ਵਿੱਚ ਵੀ ਮਿਠਾਸ ਆ ਜਾਏ, ਉਹਦੀ ਬੋਲੀ ਮਿੱਠੀ ਹੋ ਜਾਏ, ਉਹਦਾ ਵਿਹਾਰ ਮਿੱਠਾ ਹੋ ਜਾਏ, ਉਹਦੀ ਜਿਹੜੀ ਸੋਚ ਹੈ ਉਹ ਚੰਗੀ ਹੋ ਜਾਏ। ਇਹਨਾਂ ਚੀਜ਼ਾਂ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਮਿਠਾਸ ਪੈਦਾ ਨਹੀਂ ਕਰਦੀਆਂ। ਜੋ ਰੱਬ ਦੇ ਗੁਣ ਨੇ ਉਹ ਸਾਡੀ ਜ਼ਿੰਦਗੀ ਵਿੱਚ ਮਿਠਾਸ ਪੈਦਾ ਕਰ ਸਕਦੇ ਨੇ। ਜੇ ਬੰਦੇ ਦੇ ਜੀਵਨ ਦੇ ਅੰਦਰ ਸੱਚਾਈ ਆ ਜਾਏ ਨਾ, ਬੰਦੇ ਦੀ ਮੈਂਟੈਲਿਟੀ ਵਿੱਚ, ਸੋਚ ਵਿੱਚ ਸੱਚਾਈ ਆ ਜਾਏ, ਤਾਂ ਕਿੰਨਾ ਸੋਹਣਾ ਜੀਵਨ ਹੋ ਜਾਏਗਾ। ਜੇ ਬੰਦੇ ਦੇ ਵਿੱਚ ਨਿਮਰਤਾ ਆ ਜਾਏ, ਦਇਆ ਆ ਜਾਏ, ਪ੍ਰੇਮ ਆ ਜਾਏ, ਨਿਰਭੈਤਾ ਆ ਜਾਏ, ਨਿਰਵੈਰਤਾ ਆ ਜਾਏ, ਤਾਂ ਕਿੰਨੀ ਸੁਹਾਵਣੀ ਜ਼ਿੰਦਗੀ ਹੋ ਜਾਏਗੀ। ਤਾਂ ਸਾਨੂੰ ਇੱਥੇ ਜੋ ਸਮਝਾਇਆ ਜਾ ਰਿਹਾ ਹੈ ਜੀਵਨ ਵਾਸਤੇ, ਕਿ ਜਿੰਨੇ ਵੀ ਦੁਨੀਆ ਦੀਆਂ ਮਿਠਾਸ ਨੇ, ਕੇਵਲ ਇਹਨਾਂ ਦੀ ਵਰਤੋਂ ਦੇ ਨਾਲ ਜੀਵਨ ਸੁਹਾਵਣਾ ਨਹੀਂ ਬਣਦਾ। ਜੇ ਜੀਵਨ ਨੂੰ ਸੁਹਾਵਣਾ ਬਣਾਉਣਾ ਹੈ, ਜ਼ਿੰਦਗੀ ਵਿੱਚ ਮਿਠਾਸ ਪੈਦਾ ਕਰਨੀ ਹੈ, ਤਾਂ ਤੁਹਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਪਵੇਗਾ। ਰੱਬ ਦੇ ਜਿਹੜੇ ਗੁਣ ਨੇ ਉਹ ਸਾਡੀ ਜ਼ਿੰਦਗੀ ਦੇ ਅੰਦਰ ਮਿਠਾਸ ਪੈਦਾ ਕਰਨਗੇ। ਇਸ ਲਈ ਸਾਨੂੰ ਦੁਨੀਆ ਦੇ ਜਿਹੜੇ ਪਦਾਰਥ ਛਕਦੇ ਆ, ਛਕਾਉਂਦੇ ਆ,
ਰੱਬੀ ਗੁਣਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ, ਸੱਚ ਨਾਲ, ਦਇਆ ਨਾਲ, ਪ੍ਰੇਮ ਨਾਲ। ਜਿਵੇਂ ਆਪਾਂ 6 ਗੱਲਾਂ ਜਿਹੜੀਆਂ ਆਮ ਰਿਪੀਟ ਕਰਦੇ ਆ, ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਸਾਡਾ ਜੀਵਨ ਖੁਸ਼ਹਾਲ ਹੋਏਗਾ, ਜੀਵਨ ਵਿੱਚ ਮਿਠਾਸ ਆਏਗੀ, ਜੀਵਨ ਦੇ ਅੰਦਰ ਸੁੰਦਰਤਾ ਆਏਗੀ, ਜੀਵਨ ਸੁਹਾਵਣਾ ਹੋ ਜਾਏਗਾ। ਤੇ ਸੁਹਾਵਣੇ ਜੀਵਨ ਵਾਲੇ ਲੋਕ ਹੀ ਇਸ ਸੰਸਾਰ ਨੂੰ ਬੇਗਮਪੁਰਾ ਦੇ ਅੰਦਰ ਬਦਲ ਸਕਦੇ ਨੇ। ਹੁਣ ਅਗਲਾ ਬਚਨ ਕਰਦੇ ਨੇ ਫਰੀਦਾ, ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਇਹ ਜੋ ਲਾਵਣ ਸ਼ਬਦ ਹੈ ਨਾ, ਇਹਨੂੰ ਲਾਵਣ ਨਹੀਂ ਪੜਨਾ, ਪੋਲਾ ਪੜਨਾ ਹੈ ਲਾਵਣ। ਫਰੀਦਾ ਰੋਟੀ ਮੇਰੀ ਕਾਠ ਕੀ। ਇੱਥੇ ਇੱਕ ਗੱਲ ਧਿਆਨ ਰੱਖਣ ਵਾਲੀ ਹੈ, ਬਾਬਾ ਫਰੀਦ ਜੀ ਦੇ ਨਾਲ ਕੁਝ ਕਹਾਣੀਆਂ ਜੋੜ ਦਿੱਤੀਆਂ ਗਈਆਂ ਨੇ ਕਿ ਬਾਬਾ ਫਰੀਦ ਜੀ ਜੰਗਲਾਂ ਦੇ ਅੰਦਰ ਚਲੇ ਗਏ ਤੇ 12 ਸਾਲ ਉਹ ਜੰਗਲਾਂ ਦੇ ਵਿੱਚ ਰਹੇ, ਤੇ ਜਦੋਂ ਵਾਪਸ ਆਏ ਤੇ ਵਾਲਾਂ ਦੇ ਵਿੱਚ ਅੜਕਾਂ ਪੈ ਗਈਆਂ ਸਨ, ਤੇ ਬਾਬਾ ਫਰੀਦ ਜੀ ਦੀ ਮਾਂ ਨੇ ਅੜਕਾਂ ਲਾਉਣ ਲੱਗਿਆਂ ਥੋੜੇ ਵਾਲ ਖਿੱਚੇ ਤੇ ਉਹਨਾਂ ਨੂੰ ਦਰਦ ਹੋਈ। ਤੇ ਬਾਬਾ ਫਰੀਦ ਜੀ ਜਦੋਂ ਕਹਿਣ ਲੱਗੇ ਕਿ ਦਰਦ ਹੁੰਦੀ ਹੈ, ਤੇ ਮਾਂ ਨੇ ਕਿਹਾ ਵੀ ਜਿਹੜੇ ਰੁੱਖਾਂ ਦਰਖਤਾਂ ਦੇ ਪੱਤੇ ਤੋੜ ਕੇ ਖਾਂਦਾ ਰਿਹਾ, ਉਹਨਾਂ ਨੂੰ ਦੁੱਖ ਦਰਦ ਨਹੀਂ ਹੋਇਆ। ਇਹ ਕਹਾਣੀ ਜੋੜੀ ਹੈ, ਅਸਲੀਅਤ ਨਹੀਂ ਹੈ। ਤਾਂ ਬਾਬਾ ਫਰੀਦ ਜੀ ਫਿਰ ਜੰਗਲ ਵਿੱਚ ਚਲੇ ਗਏ, ਔਰ ਫਿਰ ਉਹਨਾਂ ਨੇ ਇੱਕ ਲੱਕੜ ਦੀ ਰੋਟੀ ਬਣਾ ਲਈ, ਤੇ ਲੱਕੜ ਦੀ ਰੋਟੀ ਬਣਾ ਕੇ ਗਲ ਵਿੱਚ ਪਾ ਲਈ। ਜਦੋਂ ਭੁੱਖ ਲੱਗਦੀ ਤੇ ਉਹਨੂੰ ਚੱਕ ਮਾਰ ਲੈਂਦੇ। ਇਹ ਕਹਾਣੀ ਜੋੜੀ ਗਈ ਹੈ। ਔਰ ਹੋਰ ਵੀ ਇੱਕ ਥਾਂ ਦੇ ਉੱਤੇ ਇੱਕ ਕਹਾਣੀ ਹੋਰ ਜੋੜੀ ਗਈ ਹੈ ਕਿ ਬਾਬਾ ਫਰੀਦ ਜੀ ਬੈਠੇ ਸਨ ਤੇ ਚਿੜੀਆਂ ਚੀਂ ਚੀਂ ਕਰਦੀਆਂ ਸਨ, ਤੇ ਬਾਬਾ ਫਰੀਦ ਜੀ ਨੇ ਕਿਹਾ ਚਿੜੀਓ ਮਰ ਜਾਓ, ਤੇ ਉਹ ਗੱਲ ਸੁਣ ਕੇ ਸਾਰੀਆਂ ਚਿੜੀਆਂ ਮਰ ਗਈਆਂ। ਬਾਬਾ ਫਰੀਦ ਜੀ ਨੂੰ ਅਫਸੋਸ ਹੋਇਆ ਤੇ ਉਹਨੇ ਕਿਹਾ ਚਿੜੀਓ ਉੱਡ ਜਾਓ, ਤੇ ਚਿੜੀਆਂ ਉੱਡ ਗਈਆਂ। ਤੇ ਅੱਗੇ ਉਹ ਗਏ ਤੇ ਕੋਈ ਬੀਬੀ ਪਾਣੀ ਭਰ ਭਰ ਕੇ ਡੋਲ ਰਹੀ ਸੀ, ਤੇ ਉਹਨੂੰ ਬਾਬਾ ਜੀ ਨੇ ਕਿਹਾ ਕਿ ਮੈਨੂੰ ਪਾਣੀ ਪਿਲਾ, ਤੇ ਉਹ ਬੀਬੀ ਨੇ ਉਹਦੀ ਗੱਲ ਨਾ ਸੁਣੀ, ਉਹ ਪਾਣੀ ਭਰ ਭਰ ਕੇ ਡੋਲਦੀ ਰਹੀ। ਤੇ ਉਹਨੇ ਥੋੜਾ ਬਾਬਾ ਫਰੀਦ ਜੀ ਨੇ ਗੁੱਸੇ ਨਾਲ ਆਖਿਆ ਕਿ ਬੀਬੀ ਮੈਂ ਤੇਰੇ ਤੋਂ ਪਾਣੀ ਮੰਗ ਰਿਹਾ, ਤੇ ਉਹ ਕਹਿਣ ਲੱਗੀ ਵੀ ਇਹ ਚਿੜੀਆਂ ਨਹੀਂ ਵੀ ਉੱਡ ਜਾਓ ਤੇ ਉੱਡ ਜਾਣਗੀਆਂ, ਮਰ ਜਾਓ ਤੇ ਮਰ ਜਾਣਗੀਆਂ। ਤੇ ਬਾਬਾ ਫਰੀਦ ਜੀ ਕਹਿਣ ਲੱਗੇ ਵੀ ਇਹਨੂੰ ਇਸ ਚੀਜ਼ ਦਾ ਕਿਵੇਂ ਪਤਾ ਲੱਗ ਗਿਆ। ਉਹਨੇ ਪੁੱਛਿਆ ਫਿਰ ਬਾਅਦ ਦੇ ਵਿੱਚ ਜਦੋਂ ਪਾਣੀ ਪੀ ਲਿਆ ਤੇ ਪੁੱਛਿਆ ਬੀਬੀ ਤੇਰੇ ਵਿੱਚ ਤਾਕਤ ਕਿੱਥੋਂ ਆਈ, ਤਾਂ ਉਹ ਕਹਿਣ ਲੱਗੀ ਮੈਂ ਆਪਣੇ ਪਤੀ ਦੀ ਸੇਵਾ ਕੀਤੀ ਆ, ਕੁਛ ਐਸਾ ਕਰਕੇ। ਤਾਂ ਐਸੀਆਂ ਕਹਾਣੀਆਂ ਜਿਹੜੀਆਂ ਨੇ ਉਹ ਜੋੜੀਆਂ ਗਈਆਂ ਨੇ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਰੋਟੀ ਮੇਰੀ ਕਾਠ ਕੀ। ਕਾਠ ਕੀ ਦਾ ਮਤਲਬ ਹੈਗਾ ਲੱਕੜ ਵਰਗੀ ਸਖਤ। ਇਹ ਨਹੀਂ ਕਿ ਬਾਬਾ ਫਰੀਦ ਜੀ ਲੱਕੜ ਦੀ ਰੋਟੀ ਖਾਂਦੇ ਸਨ, ਵੈਸੇ ਪਾਕਪਟਨ ਦੇ ਵਿੱਚ ਲੱਕੜ ਦੀ ਰੋਟੀ ਰੱਖੀ ਵੀ ਹੋਈ ਹੈ, ਉਹ ਵਲੇਟ ਕੇ ਵਿਖਾਉਂਦੇ ਵੀ ਨੇ ਕਈ ਥਾਵਾਂ ਤੇ। ਇਸ ਕਹਾਣੀਆਂ ਨੇ। ਕਾਠ ਕੀ ਦਾ ਮਤਲਬ ਲੱਕੜ ਵਰਗੀ ਸਖਤ। ਹੁਣ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਫਲਾਂ ਬੰਦਾ ਤੇ ਬਿਮਾਰੀ ਦੇ ਨਾਲ ਸੁੱਕ ਕੇ ਤੀਲੇ ਵਰਗਾ ਹੋ ਗਿਆ। ਹੁਣ ਦੇਖੋ ਤੀਲਾ ਨਹੀਂ ਨਾ ਬਣ ਗਿਆ ਹੁੰਦਾ, ਇਹ ਪ੍ਰਮਾਣ ਹੀ ਨਾ ਤੀਲੇ ਵਰਗਾ ਹੋ ਗਿਆ, ਕਮਜ਼ੋਰ ਹੋ ਗਿਆ। ਯਾਰ ਕੋਈ ਖਾ ਪੀ ਲਿਆ ਕਰ, ਤੂੰ ਤੇ ਸੁੱਕ ਕੇ ਲੱਕੜ ਹੀ ਹੋ ਗਿਆ। ਹੁਣ ਬੰਦਾ ਲੱਕੜ ਨਹੀਂ ਨਾ ਹੋਇਆ ਹੁੰਦਾ, ਇਹਦਾ ਮਤਲਬ ਵੀ ਕਮਜ਼ੋਰ ਹੋ ਗਿਆ। ਤਾਂ ਇੱਥੇ ਰੋਟੀ ਮੇਰੀ ਕਾਠ ਕੀ ਦਾ ਮਤਲਬ ਕਿ ਜਿਹੜੀ ਮੇਰੀ ਰੋਟੀ ਹੈ ਉਹ ਕਾਠ ਕੀ ਦਾ ਮਤਲਬ ਲੱਕੜ ਵਰਗੀ ਸਖਤ ਹੈ, ਸੁੱਕੀ ਹੈ, ਯਾਨੀ ਰੁੱਖੀ ਮਿੱਸੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਆਪਣੇ ਹੱਥਾਂ ਦੀ ਜਿਹੜੀ ਕਮਾਈ ਹੋਈ ਹੈ, ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਕਰਕੇ ਮੇਰੀ ਜਿਹੜੀ ਰੁੱਖੀ ਮਿੱਸੀ ਹੈ, ਸਾਦਾ ਰੋਟੀ ਹੈ, ਉਹੀ ਮੇਰੀ ਰੋਟੀ ਹੈ। ਰੁੱਖੀ ਮੇਥੇ ਕਾਠ ਕੀ ਦਾ ਮਤਲਬ ਰੁੱਖੀ ਮਿੱਸੀ, ਲੱਕੜ ਵਰਗੀ ਸੁੱਕੀ ਸਖਤ। ਹੁਣ ਸਾਡੇ ਵਿੱਚੋਂ ਬਹੁਤਿਆਂ ਨੇ ਇੰਡੀਆ ਦੇ ਅੰਦਰ ਬਾਜਰੇ ਦੀ ਜਾਂ ਜਵਾਰ ਦੀਆਂ ਰੋਟੀਆਂ ਜ਼ਰੂਰ ਖਾਧੀਆਂ ਹੋਣਗੀਆਂ। ਬਾਜਰੇ ਦੀ ਰੋਟੀ ਹੁਣ ਅੱਜ ਤੇ ਅਸੀਂ ਸਵਾਦ ਦੇ ਨਾਲ ਖਾਂਦੇ ਹਾਂ ਵੀ ਬਾਜਰੇ ਦੀ ਰੋਟੀ ਮਿਲੇ, ਪਰ ਮੈਂ ਆਪ ਰਾਜਸਥਾਨ ਵਿੱਚ ਰਹਿੰਦੇ ਹਾਂ, ਬਾਜਰੇ ਦੀਆਂ ਰੋਟੀਆਂ ਖਾਣ ਦਾ ਮੌਕਾ ਮਿਲਿਆ ਕਿਉਂਕਿ ਉੱਥੇ ਬਾਜਰਾ ਹੁੰਦਾ ਸੀ ਤੇ ਬਾਜਰੇ ਦੀਆਂ ਰੋਟੀਆਂ ਬਣਾਉਣੀਆਂ। ਜੇ ਤਾਂ ਬਾਜਰੇ ਦੀ ਰੋਟੀ ਗਰਮ ਗਰਮ ਖਾ ਲਈ ਜਾਏ ਤੇ ਨਾਲ ਉੱਤੇ ਚੋਖਾ ਸਾਰਾ ਘਿਓ ਰੱਖਿਆ ਹੋਇਆ ਚੋਪੜੀ ਹੋਏ, ਫਿਰ ਤੇ ਲੱਗਦੀ ਸਵਾਦ। ਤੇ ਜੇ ਬਾਜਰੇ ਦੀ ਰੋਟੀ ਥੋੜੀ ਹੋ ਜਾਏ ਨਾ ਠੰਡੀ,
ਤੇ ਠੰਡੀ ਰੋਟੀ ਜੇ ਸਵੇਰ ਦੀ ਬਣੀ ਦੁਪਹਿਰ ਨੂੰ ਖਾਣੀ ਪਵੇ ਤੇ ਅੰਦਰ ਲੰਘਦੀ ਨਹੀਂ। ਤੁਹਾਡਾ ਆਪਣਾ ਵੀ ਤਜਰਬਾ ਹੋਣਾ ਹੈ। ਉਹਨੂੰ ਹੀ ਕਹਿੰਦੇ ਨੇ ਲੱਕੜ ਵਰਗੀ ਰੋਟੀ ਸਖਤ। ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜੋ ਸੱਚੀ ਸੁੱਚੀ ਕਿਰਤ ਕਰਕੇ ਬੇਸ਼ੱਕ ਮੈਨੂੰ ਸਾਦੀ ਰੋਟੀ ਮਿਲੇ, ਸਖਤ ਵੀ ਮਿਲੇ, ਇਹ ਮੇਰੀ ਰੋਟੀ ਹੈ। ਲਾਵਣ ਮੇਰੀ ਭੁੱਖ। ਇੱਥੇ ਲਾਵਣ ਨਹੀਂ ਕਿ ਇਹਦਾ ਮਤਲਬ ਇਹ ਨਹੀਂ ਕਿ ਲਾਂਦੀ ਹੈ। ਇੱਥੇ ਲਾਵਣ ਦਾ ਮਤਲਬ ਹੈ ਸਲੂਣਾ। ਅੱਜ ਕੱਲ ਅਸੀਂ ਕਹਿਣ ਲੱਗ ਗਏ ਸਬਜੀ। ਸਬਜੀ ਹਿੰਦੀ ਦਾ ਸ਼ਬਦ ਹੈ, ਪੰਜਾਬੀ ਦਾ ਸ਼ਬਦ ਹੈ ਸਲੂਣਾ। ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਣਾ ਹੈ ਵੀ ਪਹਿਲਾਂ ਅਸੀਂ ਕਹਿੰਦੇ ਹੁੰਦੇ ਸਾਂ ਵੀ ਸਲੂਣਾ ਕਾਹਦਾ ਬਣਾਇਆ। ਅਸੀਂ ਅੱਜ ਸਲੂਣਾ ਬਣਾਇਆ ਆਲੂ ਗੋਭੀ ਦਾ ਸਲੂਣਾ। ਤਾਂ ਇੱਥੇ ਲਾਵਣ ਦਾ ਮਤਲਬ ਹੈ ਸਲੂਣਾ, ਜਿਹਦੇ ਨਾਲ ਕੋਈ ਚੀਜ਼ ਲਾ ਕੇ ਖਾਈ ਦੀ ਹੈ, ਸਬਜੀ ਭਾਜੀ। ਬਾਬਾ ਫਰੀਦ ਜੀ ਕਹਿੰਦੇ ਨੇ ਰੋਟੀ ਵੀ ਮੇਰੀ ਸਾਦੀ ਹੈ ਤੇ ਨਾਲ ਖਾਣ ਵਾਸਤੇ ਸਬਜੀ ਹੈ ਨਹੀਂ। ਲਾਵਣ ਮੇਰੀ ਭੁੱਖ, ਜਿਹੜੀ ਮੇਰੀ ਭੁੱਖ ਹੈ ਨਾ, ਉਹ ਹੀ ਮੇਰੇ ਵਾਸਤੇ ਸਲੂਣਾ ਹੈ। ਸਲੂਣਾ ਹੈ ਨਹੀਂ ਨਾਲ। ਅਗਲਾ ਬਚਨ ਕਰਦੇ ਨੇ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਜਿਹੜੇ ਲੋਕੀ ਚੋਪੜੀ ਦਾ ਮਤਲਬ ਚੰਗੀ ਚੋਖੀ ਖਾਂਦੇ ਨੇ, ਸਵਾਦਲੇ ਪਦਾਰਥ ਖਾਂਦੇ ਨੇ, ਉਹ ਬਹੁਤ ਕਸ਼ਟ ਉਠਾਣਗੇ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਘਰ ਦੇ ਵਿੱਚ ਜੇ ਤੁਸੀਂ ਰੋਟੀ ਚੋਪੜੀ ਖਾ ਰਹੇ ਹੋ, ਪਰੌਂਠੇ ਖਾ ਰਹੇ ਹੋ, ਪੀਜ਼ੇ 버ਗਰ ਖਾ ਰਹੇ ਹੋ ਤੇ ਦੁੱਖ ਉਠਾਓਗੇ। ਗੱਲ ਸਮਝਣ ਵਾਲੀ ਹੈ। ਗੱਲ ਇਹ ਹੈ ਕਿ ਰੋਟੀ ਪੈਦਾ ਕਿਵੇਂ ਕੀਤੀ ਜਾ ਰਹੀ ਹੈ। ਇੱਕ ਤਾਂ 10 ਨਵਾਂ ਦੀ ਕਿਰਤ ਕਮਾਈ ਕਰਕੇ ਭਾਈ ਲਾਲੋ ਦੀ ਪ੍ਰਸ਼ਾਦਾ ਹੈ, ਕੋਦਰੇ ਦਾ ਪ੍ਰਸ਼ਾਦਾ। ਉਹਦੇ ਵਿੱਚੋਂ ਦੁੱਧ ਵਰਗਾ ਅੰਮ੍ਰਿਤ ਵਰਗਾ ਸਵਾਦ ਗੁਰੂ ਨਾਨਕ ਪਾਤਸ਼ਾਹ ਜੀ ਮਾਨ ਰਹੇ ਨੇ, ਕਿਉਂਕਿ ਉੱਥੇ ਸੱਚ ਹੈ, ਕਿਰਤ ਹੈ। ਤੇ ਦੂਜੇ ਪਾਸੇ ਚੋਪੜੀ ਹੈ ਭਾਈ, ਚੋਪੜੀ ਜਿਹੜੀ ਹੈ ਉਹ ਹੈ ਮਲਕ ਭਾਗੋ ਦੇ ਘਰ। ਦੇਸੀ ਘਿਓ ਦੇ ਵਿੱਚ ਤਲੇ ਹੋਏ ਪੂੜੇ, ਤਸਮਈ ਖੀਰ, ਦਹੀਂ ਭੱਲੇ, ਔਰ ਉੱਥੇ ਜਰਦੇ ਤੇ ਮਿੱਠੇ ਲਮਕੀਨ ਚੌਲ ਤੇ ਕੜਾਹ ਤੇ ਖੀਰਾਂ, 36 ਕਿਸਮ ਦੇ ਭੋਜਨ ਪਦਾਰਥ। ਲੇਕਿਨ ਉਹ ਜਿਹੜੇ ਚੋਪੜੀਆਂ ਨੇ, ਉਹ ਜਿਹੜੇ ਭੋਜਨ ਪਦਾਰਥ ਨੇ, ਉਹ ਆਏ ਕਿਵੇਂ ਨੇ? ਗਰੀਬਾਂ ਦਾ ਖੂਨ ਚੂਸ ਕੇ, 2 ਨੰਬਰ ਦੇ ਧੰਦੇ ਕਰਕੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਜੋ 2 ਨੰਬਰ ਦੇ ਧੰਦੇ ਕਰਕੇ, ਮਾੜੇ ਕਰਮ ਕਰਕੇ ਰਸ ਕਾ ਸਮਾਨਦੇ ਨੇ, ਆਖਿਰ ਉਹਨਾਂ ਨੂੰ ਦੁਖੀ ਹੋਣਾ ਪਵੇਗਾ, ਆਤਮਕ ਮੌਤੇ ਮਰਨਗੇ। ਤਾਂ ਸਾਨੂੰ ਇਥੋਂ ਜੋ ਜੀਵਨ ਵਾਸਤੇ ਜੁਗਤ ਮਿਲ ਰਹੀ ਹੈ, ਆਮ ਮਨੁੱਖ ਮਾਤਰ ਵਾਸਤੇ, ਪੂਰੀ ਦੁਨੀਆ ਵਾਸਤੇ, ਕਿ 10 ਨਵਾਂ ਦੀ ਸੱਚੀ ਸੁੱਚੀ ਕਿਰਤ ਕਰਕੇ ਜੇ ਰੁੱਖਾ ਸੁੱਖਾ ਭੋਜਨ ਵੀ ਮਿਲ ਜਾਏ, ਉਹ ਵੀ ਸਵਾਦਲਾ ਹੈ, ਉਹਦੇ ਵਿੱਚ ਸੁੱਖ ਹੈ, ਉਹਦੇ ਵਿੱਚ ਇੱਜ਼ਤ ਹੈ, ਮਾਣ ਹੈ। 2 ਨੰਬਰ ਦੇ ਧੰਦੇ ਕਰਕੇ ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰ ਕਰਕੇ ਜੇ ਰਸ ਦਾ ਇੱਕ ਪਦਾਰਥ ਵੀ ਖਾਦੇ ਜਾਣ, ਤਾਂ ਵੀ ਜ਼ਿੰਦਗੀ ਦੇ ਅੰਦਰ ਦੁੱਖ ਰਵੇਗਾ, ਮਾਨਸਿਕ ਤੌਰ ਤੇ ਬੰਦਾ ਪਰੇਸ਼ਾਨ ਹੋਏਗਾ। ਤੇ ਜੇ ਬਾਬਾ ਫਰੀਦ ਜੀ ਦੇ ਇਸ ਸ਼ਲੋਕ ਦੇ ਉੱਤੇ ਸਾਰੀ ਦੁਨੀਆ ਅਮਲ ਕਰ ਲਵੇ, ਆਪਣੀ ਸੱਚੀ ਸੁੱਚੀ ਕਿਰਤ ਕਰੇ, 2 ਨੰਬਰ ਦੇ ਧੰਦੇ ਪਾਪ ਵਿਕਾਰ ਛੱਡ ਦੇਵੇ, ਤਾਂ ਸੰਸਾਰ ਕਿੰਨਾ ਸੁਹਾਵਣਾ ਹੋ ਸਕਦਾ ਹੈ। ਆਮ ਜਿਹੜਾ ਬੰਦਾ ਹੈ ਉਹ ਇਹਨਾਂ ਦੁੱਖਾਂ ਤੋਂ ਬਚ ਜਾਏਗਾ। ਤੇ ਜਦੋਂ ਬੰਦਾ ਵਿਕਾਰਾਂ ਵਿੱਚ ਪੈ ਕੇ 2 ਨੰਬਰ ਦੇ ਧੰਦੇ ਕਰਕੇ ਇਹ ਕੁਝ ਖਾਣਾ ਚਾਹੁੰਦਾ ਹੈ ਨਾ, ਆਪ ਵੀ ਦੁਖੀ ਹੁੰਦਾ ਹੈ ਤੇ ਉਹ ਦੂਜਿਆਂ ਨੂੰ ਵੀ ਦੁਖੀ ਕਰਦਾ ਹੈ। ਤੇ ਇਹਦਾ ਪ੍ਰਤੱਖ ਸਬੂਤ ਆ, ਤੁਸੀਂ ਕਿਸਾਨ ਅੰਦੋਲਨ ਨੂੰ ਵੇਖ ਲਓ, ਕਿਵੇਂ ਕਾਲੇ ਕਾਨੂੰਨਾਂ ਰਾਹੀਂ ਉਹਨਾਂ ਦੇ ਹੱਕਾਂ ਨੂੰ ਖਾ ਕੇ ਤੇ ਇੱਕ ਕੁਝ ਕਾਰਪੋਰੇਟ ਘਰਾਣੇ ਜਿਹੜੇ ਨੇ ਉੱਚਾ ਹੋ ਜਾਣਾ ਚਾਹੁੰਦੇ ਨੇ, ਦੂਜਿਆਂ ਦੇ ਅੰਦਰ ਦੁੱਖ ਪੈਦਾ ਹੋਏਗਾ ਨਾ। ਤਾਂ ਇਸ ਤਰ੍ਹਾਂ 2 ਨੰਬਰ ਦੇ ਧੰਦਿਆਂ ਵਾਲੇ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਇੱਕ 400 ਰੁਪਏ ਦਿਹਾੜੀ ਵਾਲਾ ਬੰਦਾ, ਉਹਦੇ ਤੋਂ 80,000 ਰੁਪਇਆ ਜਿਹੜਾ ਤਨਖਾਹ ਲੈਣ ਵਾਲਾ ਰਿਸ਼ਵਤ ਲਵੇ ਚੋਪੜੀਆਂ ਖਾਣ ਲਈ, ਦੁਖੀ ਕਰੇਗਾ ਨਾ। ਇਸੇ ਨੂੰ ਕਹਿ ਰਹੇ ਨੇ ਚੋਪੜੀਆਂ ਖਾਣਾ। ਤਾਂ ਸੱਚੀ ਸੁੱਚੀ ਕਿਰਤ ਕਰਕੇ ਜੇ ਸਾਨੂੰ ਸਾਦਾ ਭੋਜਨ ਵੀ ਮਿਲਦਾ ਹੈ, ਉਹਦੇ ਵਿੱਚ ਆਤਮਿਕ ਸ਼ਾਂਤੀ ਹੈ। ਪਰ 2 ਨੰਬਰ ਦੇ ਧੰਦੇ ਕਰਕੇ ਜੇ ਸਾਨੂੰ ਚਸਕੇ ਵੀ ਸਾਡੇ ਪੂਰੇ ਹੋ ਜਾਣ, ਤਾਂ ਵੀ ਮਾਨਸਿਕ ਤੌਰ ਤੇ ਵੀ ਦੁੱਖ ਪੈਦਾ ਹੋਏਗਾ ਤੇ ਸਮਾਜ ਦੇ ਅੰਦਰ ਵੀ ਦੁੱਖ ਪੈਦਾ ਹੋਏਗਾ।
ਹੁਣ ਜਿਹਨੂੰ ਕਹਿ ਰਹੇ ਸੀ ਨਾ ਪਹਿਲੇ ਸ਼ਲੋਕ ਵਿੱਚ ਰੋਟੀ ਮੇਰੀ ਕਾਠ ਕੀ, ਉਸ ਰੋਟੀ ਨੂੰ ਅੱਗੇ ਕਹਿ ਰਹੇ ਨੇ ਰੁੱਖੀ ਸੁੱਖੀ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਰੁੱਖੀ ਸੁੱਖੀ ਦਾ ਮਤਲਬ ਆਪਣੀ ਦਸਾਂ ਨਵਾਂ ਦੀ ਧਰਮ ਦੀ ਕਿਰਤ ਕਮਾਈ ਦੇ ਨਾਲ ਜੋ ਸਾਦਾ ਭੋਜਨ ਵੀ ਹੈ ਰੁੱਖਾ ਸੁੱਖਾ, ਉਹ ਖਾ ਤੇ ਆਪਣਾ ਠੰਡਾ ਪਾਣੀ ਪੀ ਤੇ ਆਨੰਦ ਲੈ। ਲੇਕਿਨ ਦੇਖ ਪਰਾਈ ਚੋਪੜੀ, ਪਰਾਈਆਂ ਚੋਪੜੀਆਂ ਵੇਖ ਕੇ ਆਪਣਾ ਜੀ ਨਾ ਤਰਸਾ। ਆਪਣੇ ਅੰਦਰ ਇਹੋ ਜਿਹੇ ਵਿਚਾਰ ਨਾ ਪੈਦਾ ਕਰ ਕਿ ਇਹ ਜੇ ਨਸ਼ਿਆਂ ਦੀ ਤਸਕਰੀ ਕਰਕੇ ਮੌਜਾਂ ਲੈ ਰਿਹਾ ਤੇ ਮੈਂ ਵੀ ਨਸ਼ਿਆਂ ਦੀ ਤਸਕਰੀ। ਜਦੋਂ ਅਸੀਂ ਵੇਖਾਂਗੇ ਚੋਪੜੀਆਂ, ਅਸੀਂ ਵੀ ਉਹੋ ਜਿਹੇ ਸਾਧਨ ਅਪਣਾਉਣ ਦਾ ਯਤਨ ਕਰਾਂਗੇ ਤੇ ਗੜਬੜ ਹੋ ਜਾਏਗੀ ਨਾ। ਤਾਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ, ਜੇ ਕੋਈ 2 ਨੰਬਰ ਦੇ ਧੰਦੇ ਕਰਕੇ ਐਸਾ ਗਲਤ ਕਰਮ ਕਰ ਰਿਹਾ ਤੇ ਉਹਨੂੰ ਵੇਖ ਕੇ ਆਪਣਾ ਜੀ ਨਾ ਤਰਸਾ, ਆਪਣੇ ਗੋਲ ਨੂੰ ਨਾ ਛੱਡ, ਸਚਾਈ ਨੂੰ ਨਾ ਛੱਡ, ਸੱਚ ਦੇ ਉੱਤੇ ਪਹਿਰਾ ਦੇ। ਸੱਚੀ ਸੁੱਚੀ ਧਰਮ ਦੀ ਕਿਰਤ ਕਰਕੇ ਜਿਹੜਾ ਸਾਦਾ ਮੁਰਾਦਾ ਭੋਜਨ ਮਿਲਦਾ ਹੈ, ਸਾਦਾ ਜੀਵਨ ਜੀ ਲੈ। ਲੇਕਿਨ 2 ਨੰਬਰ ਦੇ ਧੰਦੇ ਕਰਨ ਵਾਲੇ ਨੂੰ ਵੇਖ ਕੇ ਉਹਨਾਂ ਵਾਲੇ ਪਾਸੇ ਜਾਣ ਦਾ ਯਤਨ ਨਾ ਕਰ। ਤਾਂ ਸਾਨੂੰ ਇੱਥੇ ਕੀ ਸਮਝਾਇਆ ਜਾ ਰਿਹਾ ਹੈ ਮਨੁੱਖ ਮਾਤਰ ਨੂੰ, ਪੂਰੀ ਦੁਨੀਆ ਦੇ ਹਰ ਇਨਸਾਨ ਨੂੰ, ਕਿ ਪਿਆਰਿਓ 2 ਨੰਬਰ ਦੇ ਧੰਦੇ ਛੱਡੋ, ਪਾਪ ਅਪਰਾਧ ਵਿਕਾਰ ਛੱਡੋ। ਪਾਪ ਅਪਰਾਧ ਵਿਕਾਰ ਕਰ ਕਰਕੇ ਤੇ ਤੁਸੀਂ ਆ ਮੌਜਾਂ ਮਾਣਦੇ ਹੋ ਚਸਕੇ, ਇਹ ਚਸਕਿਆਂ ਵਾਸਤੇ ਪਾਪ ਅਪਰਾਧ ਨਾ ਕਰੋ, ਸਗੋਂ ਸੱਚੀ ਸੁੱਚੀ ਜਿਹੜੀ ਕਿਰਤ ਹੈ ਇਮਾਨਦਾਰੀ ਦੇ ਨਾਲ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰੋ, ਆਪਣਾ ਬਜਟ ਉਸ ਢੰਗ ਦੇ ਨਾਲ ਬਣਾਓ। ਇੱਥੇ ਇਹ ਨਹੀਂ ਵਰਜਿਆ ਜਾ ਰਿਹਾ ਕਿ ਤੁਸੀਂ ਚੰਗੀ ਸਬਜ਼ੀ ਨਾ ਖਾਓ ਜਾਂ ਤੁਸੀਂ ਚੰਗਾ ਭੋਜਨ ਨਾ ਖਾਓ। ਗੱਲ ਇੱਥੇ ਹੈ ਕਿ ਤੁਹਾਡੀ ਕਮਾਈ ਕਿਵੇਂ ਦੀ ਹੈ। ਯਾਨੀ ਚਸਕਿਆਂ ਵਾਸਤੇ 2 ਨੰਬਰ ਦੇ ਧੰਦੇ ਨਾ ਕਰੋ, ਸਗੋਂ 2 ਨੰਬਰ ਦੇ ਧੰਦੇ ਛੱਡ ਕੇ ਸੱਚੀ ਸੁੱਚੀ ਕਿਰਤ ਦੇ ਨਾਲ ਜੁੜ ਕੇ ਸਾਦਾ ਜੀਵਨ ਜੀ ਕੇ ਖੁਸ਼ੀ ਖੇੜੇ ਔਰ ਆਨੰਦ ਮਾਣਨ ਦਾ ਯਤਨ ਕਰੋ। ਅਗਲਾ ਬਚਨ ਕਰਦੇ ਨੇ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕੰਤ ਦਾ ਮਤਲਬ ਪਤੀ ਪਰਮਾਤਮਾ ਪ੍ਰਭੂ, ਸੁੱਤੀ ਦਾ ਮਤਲਬ ਹੈਗਾ ਮਿਲਾਪ। ਮੇਰਾ ਅੱਜ ਪ੍ਰਭੂ ਨਾਲ ਮਿਲਾਪ ਨਹੀਂ ਹੋਇਆ। ਅੰਗ ਮੁੜੇ ਮੁੜ ਜਾਏ, ਮੇਰਾ ਅੰਗ ਮੁੜ ਰਿਹਾ ਹੈ, ਟੁੱਟ ਰਿਹਾ ਹੈ, ਯਾਨੀ ਮੈਂ ਦੁਖੀ ਹੋ ਰਿਹਾ। ਅੰਗ ਮੁੜੇ ਮੁੜ ਜਾਏ ਦਾ ਮਤਲਬ ਹੈ ਦੁਖੀ ਹੋਣਾ। ਇਹ ਚੀਜ਼ ਨੂੰ ਸਮਝਣ ਲਈ ਅਸੀਂ ਗੁਰਦੇਵ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਇੱਕ ਹੋਰ ਸ਼ਬਦ ਦਾ ਸਹਾਰਾ ਲੈ ਸਕਦੇ ਹਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਕਿ ਹੇ ਮਾਲਕ, ਜਦੋਂ ਇੱਕ ਪਲ ਵਾਸਤੇ ਤੇਰੇ ਨਾਲ ਨਹੀਂ ਨਾ ਮਿਲਦਾ, ਮੇਰੀ ਸੁਰਤ ਦੇ ਵਿੱਚੋਂ ਤੇਰੇ ਗੁਣ ਲਾਂਭੇ ਹੋ ਜਾਂਦੇ ਨੇ, ਮੇਰੀ ਸੁਰਤ ਤੇਰੇ ਗੁਣਾਂ ਨਾਲੋਂ ਟੁੱਟ ਜਾਂਦੀ ਹੈ, ਤਾਂ ਉਸ ਵਕਤ ਮੇਰੀ ਜ਼ਿੰਦਗੀ ਵਿੱਚ ਕਲਯੁਗ ਵਰਤ ਜਾਂਦਾ ਹੈ। ਕਲਯੁਗ ਦਾ ਮਤਲਬ ਕਲ ਕਲੇਸ਼ ਵਾਲਾ ਸਮਾਂ। ਕਲਯੁਗ ਕੀ ਹੈ? ਜਦੋਂ ਬੰਦੇ ਦੀ ਸੁਰਤ ਸੱਚ ਨਾਲੋਂ ਟੁੱਟਦੀ ਹੈ ਤੇ ਸੱਚ ਨਾਲੋਂ ਟੁੱਟ ਕੇ ਜਿਹੜੀ ਅੰਦਰ ਹਾਲਾਤ ਹੁੰਦੀ ਹੈ, ਉਸ ਹਾਲਾਤ ਨੂੰ, ਉਸ ਸੋਚ ਨੂੰ ਗੁਰੂ ਜੀ ਕਲਯੁਗ ਕਹਿੰਦੇ ਨੇ, ਕਿਉਂਕਿ ਉਦੋਂ ਕਲ ਕਲੇਸ਼ ਪੈਦਾ ਹੋ ਜਾਂਦਾ ਹੈ। ਜਦੋਂ ਸੱਚ ਅੰਦਰੋਂ ਬਾਹਰ ਹੋਏਗਾ, ਕਲ ਕਲੇਸ਼ ਪੈਦਾ ਹੋਏਗਾ। ਇੱਥੇ ਇਹੋ ਹੀ ਭਾਵਨਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾ ਆਖਾਂ ਜੀਵਾਂ ਵਿਸਰੈ ਮਰ ਜਾਉ, ਕਿ ਜਦੋਂ ਮੈਂ ਤੇਰੇ ਸ਼ੁਭ ਗੁਣਾਂ ਦੇ ਨਾਲ ਜੁੜਦਾ ਹਾਂ, ਤੇਰੀ ਸਿਫਤ ਸਲਾਹ ਕਰਦਾ ਹਾਂ, ਉਦੋਂ ਮੈਂ ਆਤਮਿਕ ਜੀਵਨ ਜੀਂਦਾ ਹਾਂ। ਤੇ ਮਾਲਕ, ਜਦੋਂ ਮੈਨੂੰ ਤੇਰੇ ਗੁਣ ਔਰ ਸੱਚ ਵਿਸਰਦਾ ਹੈ, ਉਦੋਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇੱਥੇ ਉਹੀ ਭਾਵਨਾ ਦਰਸਾਈ ਜਾ ਰਹੀ ਹੈ, ਮਰਣੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨੈ। ਤਾਂ ਮੇਰਾ ਅੱਜ ਮਿਲਾਪ ਨਹੀਂ ਹੋਇਆ ਪ੍ਰਭੂ ਦੇ ਨਾਲ, ਤਾਂ ਮੈਂ ਦੁਖੀ ਹੋ ਰਿਹਾ, ਮੇਰਾ ਅੰਗ ਮੁੜ ਰਿਹਾ ਹੈ, ਮੈਂ ਦੁਖੀ ਹਾਂ, ਪਰੇਸ਼ਾਨ ਹਾਂ। ਜਾਏ ਪੁੱਛੋ ਡੋਹਾਗਣੀ। ਡੋਹਾਗਣੀ ਦਾ ਮਤਲਬ ਦੁਹਾਗਣ, ਛੁੱਟੜ, ਪਤੀ ਤੋਂ ਵਿਛੜੀ ਹੋਈ।
ਤੁਮ ਕਿਉਂ ਰਹਿਣ ਵਿਹਾਏ, ਉਹਨਾਂ ਤੋਂ ਪੁੱਛੋ ਵੀ ਤੁਹਾਡੀ ਜ਼ਿੰਦਗੀ ਕਿਵੇਂ ਬੀਤਦੀ ਹੈ। ਮੈਂ ਤੇ ਯਾਰ ਇੱਕ ਦਿਨ ਸੱਚ ਦੇ ਨਾਲੋਂ ਟੁੱਟ ਗਿਆ, ਇੱਕ ਪਲ ਟੁੱਟ ਗਿਆ ਤਾਂ ਮੇਰੇ ਇਹ ਹਾਲਾਤ ਹੋ ਗਈ ਹੈ। ਪਰ ਤੁਸੀਂ ਤੇ ਕਦੀ ਸੱਚ ਦੇ ਨਾਲ ਜਿਹੜੇ ਜੁੜੇ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਕਿੰਨੇ ਦੁੱਖਾਂ ਦੇ ਅੰਦਰ ਬੀਤਦੀ ਹੋਵੇਗੀ, ਉਹਨਾਂ ਦੀ ਸਾਰੀ ਉਮਰ ਹੀ ਦੁੱਖਾਂ ਵਿੱਚ ਗੁਜ਼ਰਦੀ ਹੋਵੇਗੀ, ਉਹਨਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੋਵੇਗੀ। ਤਾਂ ਇੱਥੇ ਸਾਨੂੰ ਜ਼ਿੰਦਗੀ ਵਾਸਤੇ ਕੀ ਦਿੱਤੀ ਜਾ ਰਹੀ ਹੈ ਸੇਧ, ਕਿ ਜੇ ਅਸੀਂ ਸੱਚ ਨਾਲੋਂ, ਪ੍ਰਭੂ ਨਾਲੋਂ, ਰੱਬੀ ਗੁਣਾਂ ਨਾਲੋਂ, ਰੱਬੀ ਰਜ਼ਾ ਨਾਲੋਂ, ਗੁਰੂ ਦੀ ਬਾਣੀ ਨਾਲੋਂ, ਗੁਰਮਤ ਨਾਲੋਂ ਟੁੱਟਾਂਗੇ ਤਾਂ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਹੋ ਜਾਣਗੇ। ਜਿੱਥੇ ਗੁਣ ਨਹੀਂ ਹੋਣਗੇ ਉੱਥੇ ਔਗਣ ਹੋਣਗੇ, ਤੇ ਜਿੱਥੇ ਔਗਣ ਹੋਣਗੇ ਉੱਥੇ ਦੁੱਖ ਹੋਣਗੇ। ਜਿੱਥੇ ਸ਼ੁਭ ਗੁਣ ਹੋਣਗੇ ਉੱਥੇ ਸੁੱਖ ਔਰ ਸ਼ਾਂਤੀ ਹੋਏਗੀ। ਤਾਂ ਇਸ ਲਈ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਇੱਕ ਪਲ ਵਾਸਤੇ ਵੀ ਸੱਚ ਦੇ ਨਾਲੋਂ ਟੁੱਟ ਜਾਓਗੇ ਤਾਂ ਜੀਵਨ ਦੁਖੀ ਹੋ ਜਾਏਗਾ। ਜੇਕਰ ਜੀਵਨ ਦੇ ਅੰਦਰ ਸੁੱਖ ਔਰ ਸ਼ਾਂਤੀ ਚਾਹੁੰਦੇ ਹੋ ਤਾਂ ਸ਼ੁਭ ਗੁਣਾਂ ਦੇ ਨਾਲ ਜੁੜੇ ਰਹੋ, ਰੱਬੀ ਰਜ਼ਾ ਦੇ ਨਾਲ ਜੁੜੇ ਰਹੋ, ਬਾਣੀ ਦੇ ਨਾਲ ਜੁੜੇ ਰਹੋ, ਸੱਚੇ ਰਾਹਾਂ ਤੇ ਚੱਲਦੇ ਰਹੋ। ਜੇ ਇਸ ਰਾਹ ਨੂੰ ਛੱਡ ਦਿਓਗੇ ਤਾਂ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਜਾਣਗੇ। ਹੁਣ ਇਹ ਚੀਜ਼ ਨੂੰ ਲੈ ਕੇ ਸਮਾਜ ਵੱਲ ਚੌਗਿਰਦੇ ਆਪਣੇ ਜੀਵਨ ਵੱਲ ਇੱਕ ਝਾਤ ਮਾਰ ਕੇ ਵੇਖੋ, ਆਪਣੇ ਤਜਰਬੇ ਤੋਂ ਇਹ ਚੀਜ਼ ਨੂੰ ਪਰਖ ਕੇ ਵੇਖੋ ਕਿ ਜਿਹੜੇ ਲੋਕ ਘਰ ਪਰਿਵਾਰ ਸੱਚ ਨਾਲ, ਸ਼ੁਭ ਗੁਣਾਂ ਦੇ ਨਾਲ ਜੁੜੇ ਨੇ, ਉਹ ਲੋਕ ਸੁਖੀ ਔਰ ਸ਼ਾਂਤ ਨੇ। ਪਰ ਜਿਨ੍ਹਾਂ ਘਰਾਂ ਪਰਿਵਾਰਾਂ ਵਿੱਚ ਗੁਣ ਨਹੀਂ, ਬੇਵਿਸ਼ਵਾਸੀ ਹੈ, ਆਚਰਣਹੀਨਤਾ ਹੈ, ਝੂਠ ਫਰੇਬ ਹੈ, ਉਹ ਘਰ ਪਰਿਵਾਰ ਜਾਂ ਸਮਾਜ ਦੇ ਅੰਦਰ ਦੁੱਖ ਔਰ ਅਸ਼ਾਂਤੀ ਹੈ। ਇਹ ਤਾਂ ਅਸੀਂ ਚਾਰ ਚੁਫੇਰੇ ਵੇਖ ਰਹੇ ਹਾਂ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਇੱਕ ਪਲ ਵਾਸਤੇ ਵੀ ਜੇ ਸੱਚ ਨਾਲੋਂ ਟੁੱਟ ਜਾਓਗੇ, ਇੱਕ ਪਲ ਸੱਚ ਨਾਲੋਂ ਟੁੱਟਿਆਂ ਦੁਖੀ ਹੋ ਜਾਈਦਾ ਹੈ, ਤੇ ਉਹਨਾਂ ਤੋਂ ਪੁੱਛੋ ਜਿਹੜੇ ਸੱਚ ਦੇ ਨਾਲ ਸਦਾ ਹੀ ਟੁੱਟੇ ਰਹਿੰਦੇ ਨੇ, ਉਹਨਾਂ ਦਾ ਕੀ ਹਾਲ ਹੈ। ਭਾਵ ਉਹ ਦੁਖੀ ਜ਼ਿੰਦਗੀ ਜੀਂਦੇ ਨੇ। ਸਾਹੁਰੇ ਢੋਈ ਨਾਲ ਹੈ, ਪਈਏ ਨਾ ਹੀ ਥਾਉ, ਫਿਰ ਵਾਤੜੀ ਨਾ ਪੁੱਛਈ, ਧਨ ਸੁਹਾਗਣ ਨਾਉ। ਇਹਨੂੰ ਧਨ ਨਹੀਂ ਪੜਨਾ, ਧਨ ਪੋਲਾ ਬੋਲਣਾ ਹੈ। ਹੁਣ ਇੱਕ ਮਿਸਾਲ ਲੈ ਰਹੇ ਨੇ, ਕੋਈ ਐਸੀ ਔਰਤ ਹੋਵੇ ਸਾਹੁਰੇ ਢੋਈ ਨਾ ਲਹੇ, ਜਿਹਨੂੰ ਸਹੁਰੇ ਪਰਿਵਾਰ ਵਿੱਚ ਵੀ ਇੱਜ਼ਤ ਨਾ ਮਿਲਦੀ ਹੋਵੇ, ਪਈਏ ਨਾ ਹੀ ਥਾਉ, ਤੇ ਪੇਕੇ ਘਰ ਵਿੱਚ ਵੀ ਇੱਜ਼ਤ ਨਾ ਮਿਲਦੀ ਹੋਵੇ, ਫਿਰ ਵਾਤੜੀ ਨਾ ਪੁੱਛੀ, ਤੇ ਪਤੀ ਵੀ ਉਹਦੀ ਬਾਤ ਨਾ ਪੁੱਛਦਾ ਹੋਵੇ, ਧਨ ਸੁਹਾਗਣ ਨਾਉ, ਤੇ ਉਹ ਆਪਣੇ ਆਪ ਨੂੰ ਸੁਹਾਗਣੀ ਕਵੇ ਕਿ ਮੈਂ ਸੁਹਾਗਣੀ ਆ। ਇੱਥੇ ਵਿਅੰਗ ਕੀਤਾ ਜਾ ਰਿਹਾ ਹੈ ਕਿ ਕੋਈ ਐਸੀ ਔਰਤ ਜਿਹਨੂੰ ਪੇਕੇ ਘਰ ਵਿੱਚ ਵੀ ਮਾਣ ਨਹੀਂ, ਸਹੁਰੇ ਘਰ ਵਿੱਚ ਵੀ ਮਾਣ ਨਹੀਂ, ਪਤੀ ਵੀ ਮਾਣ ਆਦਰ ਨਹੀਂ ਦੇ ਰਿਹਾ, ਤੇ ਉਹ ਕਾਹਦੀ ਸੁਹਾਗਣ ਹੋਈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸਾਹੁਰੇ ਔਰ ਪੇਕਾ ਕੀ ਹੈ। ਜਿਹੜਾ ਪਿਛਲਾ ਸਾਡਾ ਬੀਤ ਗਿਆ ਸਮਾਂ, ਉਹਦੇ ਵਿੱਚ ਵੀ ਸਾਨੂੰ ਸੁੱਖ ਸ਼ਾਂਤੀ ਨਹੀਂ ਮਿਲੀ। ਜਿਹੜਾ ਅਸੀਂ ਸਮਾਂ ਜੀ ਰਹੇ ਹਾਂ, ਇਹਦੇ ਵਿੱਚ ਵੀ ਸੁੱਖ ਸ਼ਾਂਤੀ ਨਹੀਂ ਹੈ। ਆਉਣ ਵਾਲੇ ਸਮੇਂ ਦੇ ਅੰਦਰ ਵੀ ਕੋਈ ਐਸੀ ਆਸ ਨਹੀਂ ਹੈ। ਤੇ ਰੱਬ ਗੁਰੂ ਸਾਡੀ ਬਾਤ ਨਹੀਂ ਪੁੱਛਦਾ, ਭਾਵ ਗੁਰੂ ਦੇ ਨਾਲ, ਰੱਬ ਦੇ ਨਾਲ ਸਾਡਾ ਮੇਲ ਮਿਲਾਪ ਨਹੀਂ ਹੈ, ਤਾਂ ਅਸੀਂ ਕਿਵੇਂ ਆਪਣੇ ਆਪ ਨੂੰ ਗੁਰਮੁਖ, ਸਿੱਖ ਜਾਂ ਪ੍ਰਭੂ ਦੇ ਪਿਆਰੇ ਜਾਂ ਇਨਸਾਨ ਕਹਿ ਸਕਦੇ ਹਾਂ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਜੀਵ, ਜੋ ਇਸਤਰੀਆਂ, ਪੁਰਸ਼ ਸੱਚ ਦੇ ਨਾਲੋਂ ਟੁੱਟ ਜਾਂਦੇ ਨੇ, ਰੱਬੀ ਰਾਹ ਤੋਂ ਜੋ ਭਟਕ ਜਾਂਦੇ ਨੇ, ਰੱਬੀ ਰਜ਼ਾ ਭਾਣੇ ਵਿੱਚ ਜ਼ਿੰਦਗੀ ਨਹੀਂ ਗੁਜ਼ਾਰਦੇ, ਉਹਨਾਂ ਦੀ ਦਸ਼ਾ ਐਸੀ ਹੋ ਜਾਂਦੀ ਹੈ। ਉਸ ਔਰਤ ਵਰਗੀ ਜਿਹਨੂੰ ਪੇਕੇ ਸਹੁਰੇ ਵਿੱਚ ਥਾਂ ਨਹੀਂ, ਆਦਰ ਨਹੀਂ, ਪਤੀ ਬਾਤ ਨਹੀਂ ਪੁੱਛਦਾ, ਸਮਾਜ ਵਿੱਚ ਵੀ ਉਹਦੀ ਕਦਰ ਨਹੀਂ, ਪਰ ਉਹ ਆਪਣੇ ਆਪ ਨੂੰ ਸੁਹਾਗਣ ਸਮਝੀ ਜਾਂਦੀ। ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਜਿਹੜੇ ਸੱਚ ਦੇ ਨਾਲੋਂ ਟੁੱਟੇ ਹੋਏ ਨੇ, ਬੇਸ਼ੱਕ ਉਹ ਤੀਰਥਾਂ ਤੇ ਨਹਾਉਂਦੇ ਰਹਿਣ, ਵਰਤਨ ਰਾਤੇ ਸਰਾਧ ਰੱਖਦੇ ਰਹਿਣ, ਪਰ ਜੇ ਉਹ ਸੱਚ ਦੇ ਨਾਲੋਂ ਟੁੱਟੇ ਨੇ ਤਾਂ ਉਹ ਆਪਣੇ ਆਪ ਨੂੰ ਕਈ ਜਾਣ ਧਰਮੀ। ਧਰਮੀ ਕਹਿਣ ਨਾਲ ਕੀ ਹੋਏਗਾ? ਕੁਛ ਵੀ ਨਹੀਂ। ਧਰਮੀ ਕਹਿਣ ਨਾਲ ਕੀ ਹੋਏਗਾ?
ਵਿਖਾਵੇ ਦੇ ਨਾਲ ਕੀ ਹੋਵੇਗਾ? ਜਦੋਂ ਕਿਤੇ ਮਾਣ ਆਦਰ ਹੀ ਨਹੀਂ, ਸਤਿਕਾਰ ਨਹੀਂ, ਜਦੋਂ ਕੰਮ ਹੀ ਮਾੜੇ ਕਰਨੇ ਨੇ ਤੇ ਧਾਰਮਿਕ ਪਹਿਨਾਵੇ ਪਹਿਨਣ ਨਾਲ ਕੁਝ ਨਹੀਂ ਹੋਣਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਜ਼ਿੰਦਗੀ ਹੋ ਜਾਏਗੀ ਜੇ ਸੱਚ ਨਾਲੋਂ, ਪ੍ਰਭੂ ਨਾਲੋਂ, ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਓਗੇ। ਤਾਂ ਜੇ ਜੀਵਨ ਦੇ ਅੰਦਰ ਮਾਣ ਆਦਰ ਸਤਿਕਾਰ ਚਾਹੁੰਦੇ ਹੋ, ਸੁਖ ਚਾਹੁੰਦੇ ਹੋ, ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਜੇ ਰੱਬੀ ਗੁਣਾਂ ਦੇ ਨਾਲ ਨਹੀਂ ਜੁੜੇ ਤਾਂ ਬਾਹਰ ਦੇ ਜੋ ਸਾਡੇ ਵਿਖਾਵੇ ਨੇ, ਬਾਹਰ ਦੀ ਜੋ ਵਿਖਾਵੇ ਦੀ ਸਾਡੇ ਕਰਮ ਕਾਂਡ ਨੇ, ਉਹ ਸਾਡਾ ਕੁਝ ਵੀ ਸਵਾਰਨਗੇ ਨਹੀਂ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਜਿੰਨੇ ਵੀ ਆ 3-4 ਸ਼ਲੋਕ ਅਸੀਂ ਵਿਚਾਰੇ ਨੇ, ਇਹਨਾਂ ਦੇ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਆਪਣਾ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤੇ ਉਹ ਆਪਣੇ ਵਿਊਜ਼ ਦੇ ਸਕਦੇ ਨੇ। ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ, ਉਹ ਅਨਮਿਊਟ ਹੋ ਗਏ ਨੇ, ਤੇ ਉਹਨਾਂ ਨੂੰ ਬਾਰ-ਬਾਰ ਨਾ ਕਹਿਣਾ ਪਵੇ ਕਿ ਤੁਸੀਂ ਅਨਮਿਊਟ ਹੋ ਜਾਓ। ਜਿਨ੍ਹਾਂ ਨੇ ਕੋਈ ਸਵਾਲ ਕਰਨਾ ਹੈ ਜਾਂ ਵਿਊਜ਼ ਦੇਣੇ ਨੇ, ਉਹ ਪਹਿਲੋਂ ਹੀ ਅਨਮਿਊਟ ਹੋ ਜਾਓ। ਤੇ ਜਿਹੜੇ ਮੇਰੇ ਵੀਰ ਤੇ ਭੈਣਾਂ ਫੇਸਬੁੱਕ ਤੇ ਸਰਵਣ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਇਹਨਾਂ ਮਾਣ ਆਦਰ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ